ਬੇਨਤੀ ਹੈ ਜੀ, ਪਿੱਛੇ ਇਹਨਾਂ ਨਾਲ ਵਾਰ ਜੋ ਹੋਇਆ ਸੀ ਤੁਹਾਨੂੰ ਵੀ ਜੋ ਪਾਥੀ 'ਚ ਰਹੇਗਾ ਉਹਨਾਂ ਨੂੰ ਪੁੱਤਰਾਂ ਦੀ ਦਾਤਾਂ ਮਿਲਦੀਆਂ ਨੇ ਤੇ ਉਹ ਸੰਗਤਾਂ ਦਾ ਵਿਸ਼ਵਾਸ ਬਣਿਆ ਹੋਇਆ। ਪੂਰਾ ਕਮਰਾ ਜਿਹੜਾ ਵਾ ਭਰਿਆ ਹੋਇਆ ਪਾਥੀਆਂ ਨਾਲ ਅਤੇ ਸੰਗਤਾਂ ਜਿਹੜੀਆਂ ਵਾ ਦੇਸਾਂ ਵਿਦੇਸਾਂ ਤੋਂ ਆ ਕੇ ਜਿਹੜੀਆਂ ਪਾਥੀਆਂ ਜਿਹੜੀ ਚੜਾ ਜਾਂਦੀ ਆ। ਜਿਹੜਾ ਪ੍ਰੇਮ ਕਰਕੇ ਆਵੇਗਾ ਜਾਂ ਕੋਈ ਕਿੰਤੂ ਪਰੰਤੂ ਕਰੇਗਾ ਉਹਦੀ ਨਹੀਂ ਹੋਏਗੀ। 40 ਦਿਨ ਜਿਹੜੀਆਂ ਬੀਬੀਆਂ ਇੱਥੋਂ ਜਲ ਲੈ ਕੇ ਜਿਹੜਾ ਵਾ ਇਸ਼ਨਾਨ ਕਰਨੀ ਆ, ਉਸ ਦੇ ਘਰ ਜਿਹੜੀ ਆ ਪੁੱਤਰ ਦੀ ਪ੍ਰਾਪਤੀ ਹੋਵੇਗੀ, ਔਲਾਦ ਦੀ ਪ੍ਰਾਪਤੀ ਹੋਵੇਗੀ। ਉੱਥੇ ਜਾ ਕੇ ਹੋਕਾ ਦਿੱਤਾ, ਜਿਸ ਘਰ ਕੋਈ ਬੱਚਾ ਨਹੀਂ ਜਾਂ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਘਰ ਨੂੰ ਇੱਕ ਪਾਥੀ ਦੇ ਕੇ ਪ੍ਰਾਪਤੀ ਕਰ ਲਵੋ। ਜੋ ਸੰਗਤਾਂ ਸ਼ਰਧਾ ਵਾਲੀਆਂ ਸਨ ਟੋਕਰੇ ਭਰ ਕੇ ਸੇਵਾ ਕੀਤੀ, ਪਾਥੀਆਂ ਦੇਣੀਆਂ ਕੀਤੀਆਂ। ਕੁਝ ਸੰਗਤਾਂ ਜਿਹੜੀਆਂ ਤਰਕ ਵਾਲੀਆਂ ਸਨ, ਜਿਹੜੀਆਂ ਕਹਿਣ ਲੱਗੀਆਂ, ਐਸਾ ਤੇਰਾ ਕਿਹੜਾ ਗੁਰੂ ਜਿਹੜਾ ਪਾਥੀਆਂ ਤੋਂ ਪੁੱਤਰ ਦੇਣ ਦੀ ਗੱਲ ਕਰਦਾ ਹੈ। ਅਸੀਂ ਤੈਨੂੰ ਇੰਨੀਆਂ ਪਾਥੀਆਂ ਦੇਵਾਂਗੇ, ਦੇਖਾਂਗੇ ਤੇਰਾ ਗੁਰੂ ਸਾਨੂੰ ਕਿੰਨੇ ਪੁੱਤਰ ਦੇਵੇਗਾ। ਬਹੁਤ ਲੋਕਾਂ ਨੂੰ ਪ੍ਰਾਪਤੀ ਹੋਈ ਹੈ। ਇੱਥੇ ਬੇਇੰਤਹਾ ਆ ਰਹੀ ਦੁਨੀਆ ਜੂੰਦੀ YouTube ਤੇ ਪਿਆ। ਉਸ ਤੋਂ ਬਾਅਦ ਹੋਰ ਲੋਕ ਬਹੁਤ ਆ ਰਹੇ, ਬੜੇ ਦੁਖੀ ਲੋਕ ਨੇ ਜਿਨ੍ਹਾਂ ਨੂੰ ਕਿ ਔਲਾਦ ਦੀ ਘਾਟ ਹੈ, ਬੇਟੀ ਪਿੱਛੇ ਲੋਕ ਬੜੀ ਦੂਰ ਤੋਂ ਆ ਰਹੇ ਨੇ। ਲੋਕਾਂ ਨੂੰ ਖੁਸ਼ੀ ਮਿਲਦੀ ਆ, ਆਉਂਦੇ ਆ ਗੁਰੂ ਘਰ ਚੋਂ, ਕੋਈ ਖਾਲੀ ਨਹੀਂ ਜਾ ਰਿਹਾ। ਹਰ ਤਰ੍ਹਾਂ ਦੀ ਉਹਨਾਂ ਦੀ ਮਨੋਕਾਮਨਾ ਪੂਰੀ ਹੋ ਰਹੀ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਅਜਿਹੇ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਕਿ ਪਾਥੀਆਂ ਚੜਾ ਕੇ ਜਿਹੜੀ ਹੈ ਪੁੱਤਰ ਦੀ ਦਾਤ ਜਿਹੜੀ ਆ ਪ੍ਰਾਪਤ ਹੁੰਦੀ ਆ ਅਤੇ ਵੱਡੀ ਤਾਦਾਦ ਵਿੱਚ ਜਿਹੜੀ ਆ ਸੰਗਤਾਂ ਦੇਸਾਂ ਵਿਦੇਸਾਂ ਤੋਂ ਆ ਕੇ ਇੱਥੇ ਆ ਕੇ ਪੁੱਤਰ ਦੀ ਦਾਤ ਔਲਾਦ ਜਿਹੜੀ ਆ ਪ੍ਰਾਪਤੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਤਸਵੀਰਾਂ ਵਿਖਾਵਾਂਗੇ ਉਸ ਪੁਜਾਰ ਦੀਆਂ ਜਿੱਥੇ ਕਿ ਪਾਥੀਆਂ ਜਿਹੜੀਆਂ ਲੋਕਾਂ ਨਾਲ ਚੜਾਉਣ ਵਾਸਤੇ ਜਿਹੜੀਆਂ ਦੇਖੀਆਂ ਵਾ। ਟੋਕਰੀ ਤੁਸੀਂ ਦੇਖ ਰਹੇ ਹੋ, ਇਹ ਜਿਹੜੀ ਆ ਅਤੇ ਔਲਾਦ ਜਿਹੜੀ ਆ ਪ੍ਰਾਪਤੀ ਵਾਸਤੇ ਅਰਦਾਸ ਬੇਨਤੀ ਜਿਹੜੀ ਕੀਤੀ ਜਾਂਦੀ ਹੈ ਅਤੇ ਸੰਗਤਾਂ ਦੇਸਾਂ ਵਿਦੇਸਾਂ ਤੋਂ ਵੱਡੀ ਤਾਦਾਦ ਵਿੱਚ ਜਿਹੜੀ ਆ ਰਹੀ ਆ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿਹੜੇ ਕਿ ਫਲ ਵੀ ਰੱਖਿਆ ਗਿਆ, ਸੇਬ ਵੀ ਰੱਖੇ ਗਏ ਨੇ ਅਤੇ ਖਾਸ ਕਰਕੇ ਜਿਹੜੀਆਂ ਪਾਥੀਆਂ ਜਿਹੜੀਆਂ ਵਾ ਇੱਥੇ ਚੜਾਈ ਜਾਂਦੀਆਂ ਨੇ ਅਤੇ ਜਿਹੜੀਆਂ ਲੋਕਾਂ ਦੀ ਆਸਾਂ ਮੁਰਾਦਾਂ ਜਿਹੜੀਆਂ ਇੱਥੇ ਪੂਰੀਆਂ ਹੁੰਦੀਆਂ ਨੇ। ਕਿਉਂਕਿ ਸੰਗਤਾਂ ਇਹ ਵੀ ਕਹਿਣਾ ਕਿ ਜੇਕਰ ਕਿਸੇ ਦਾ ਬੱਚਾ ਵਾ, ਜੇ ਕੋਈ ਸੋਕੜਾ ਬੱਚਾ ਕਿਸੇ ਨੂੰ ਹੋਇਆ ਵਾ, ਜਿਹੜੀ ਕੋਈ ਸਿਹਤ ਨਹੀਂ ਠੀਕ ਹੁੰਦੀ, ਉਹ ਵੀ ਆ ਕੇ ਇੱਥੇ ਅਰਦਾਸ ਬੇਨਤੀ ਕਰਦਾ ਵਾ ਅਤੇ ਉਸ ਦੀ ਜਿਹੜੀ ਆ ਸਿਹਤ ਦੀ ਉਹ ਵੀ ਠੀਕ ਹੋ ਜਾਂਦੀ ਆ। ਅਤੇ ਸਾਡੇ ਨਾਲ ਕੁਛ ਗੱਲਬਾਤ ਕਰਨ ਨੂੰ ਤਿਆਰ ਨੇ ਜਿਹੜੇ ਇੱਥੇ ਦੁਕਾਨਦਾਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਦੁਕਾਨ ਦੀ ਕਰਦੇ? ਸਾਡੀ 70 ਸਾਲ ਪੁਰਾਣੀ ਦੁਕਾਨ ਹੈ ਜੀ। ਇੱਥੇ ਪਹਿਲਾਂ ਫਾਦਰ ਸਾਹਿਬ ਬੈਠਦੇ ਸੀ, 35-40 ਸਾਲ ਤੋਂ ਮੈਂ ਬੈਠ ਰਿਹਾ। ਮੈਨੂੰ ਇਹ ਸੋ ਵੀ ਜਿਹੜਾ ਇੱਥੇ ਪਾਥੀਆਂ ਚੜਾਈਆਂ ਜਾਂਦੀਆਂ ਵਾ, ਕੀ ਇਤਿਹਾਸ ਕੀ ਆ, ਕਿੰਨੀ ਕੁ ਲੋਕਾਂ ਨੂੰ ਇੱਥੇ ਸ਼ਰਧਾ ਵੱਲ ਜੁੜੀ ਆ, ਕਿੰਨੇ ਕੁ ਲੋਕਾਂ ਨੇ ਇੱਥੇ ਜਿਹੜੀ ਔਲਾਦ ਦੀ ਪ੍ਰਾਪਤੀ ਹੋਈ ਆ? ਬਹੁਤ ਲੋਕਾਂ ਨੂੰ ਪ੍ਰਾਪਤੀ ਹੋਈ ਹੈ। ਇੱਥੇ ਬੇਇੰਤਹਾ ਆ ਰਹੀ ਦੁਨੀਆ ਜੂੰਦੀ YouTube ਤੇ ਪਿਆ। ਉਸ ਤੋਂ ਬਾਅਦ ਹੋਰ ਲੋਕ ਬਹੁਤ ਆ ਰਹੇ, ਬੜੇ ਦੁਖੀ ਲੋਕ ਨੇ ਜਿਨ੍ਹਾਂ ਨੂੰ ਕਿ ਔਲਾਦ ਦੀ ਘਾਟ ਹੈ, ਬੇਟੀ ਪਿੱਛੇ ਲੋਕ ਬੜੀ ਦੂਰ ਤੋਂ ਆ ਰਹੇ ਨੇ, ਬੜੀ ਸ਼ਰਧਾ ਭਾਵਨਾ ਨਾਲ ਆਉਂਦੇ ਨੇ। ਉਹ ਮੋਸਟਲੀ ਲੋਕਾਂ ਦੀ ਸ਼ਰਧਾ ਪੂਰੀ ਹੁੰਦੀ ਆ। ਫਲ ਪਾਥੀਆਂ ਸੰਗਤ ਬਹੁਤ ਵੱਧ ਚੁੱਕੀ ਹੈ ਅੱਗੇ ਨਾਲੋਂ। ਹਰ ਪਾਸੇ ਲੋਕਾਂ ਨੂੰ ਖੁਸ਼ੀ ਮਿਲਦੀ ਆ, ਆਉਂਦੇ ਆ ਗੁਰੂ ਘਰ ਚੋਂ, ਕੋਈ ਖਾਲੀ ਨਹੀਂ ਜਾ ਰਿਹਾ। ਹਰ ਤਰ੍ਹਾਂ ਦੀ ਉਹਨਾਂ ਦੀ ਮਨੋਕਾਮਨਾ ਪੂਰੀ ਹੋ ਰਹੀ ਹੈ। ਮੈਨੂੰ ਇਹ ਦੱਸੋ ਵੀ ਖਾਸ ਕਰਕੇ ਜਿਹੜੀ ਇੱਥੇ ਔਲਾਦ ਜਿਹੜੀ ਆ ਲੋਕ ਔਲਾਦ ਵਾਸਤੇ ਆਉਂਦੇ, ਪੁੱਤਰ ਪ੍ਰਾਪਤੀ ਵਾਸਤੇ ਆਉਂਦੇ, ਕਿ ਜਾਂ ਹੋਰ ਵੀ ਕਿਸੇ ਦਾ ਕੋਈ ਕਿਸੇ ਨੂੰ ਰੋਗ ਹੁੰਦਾ ਜਾਂ ਕਿਸੇ ਨੂੰ ਹੋਰ ਕੋਈ ਦੁੱਖ ਤਕਲੀਫ ਉਹ ਵੀ ਇੱਥੇ ਦੂਰ ਹੁੰਦੇ ਨੇ? ਹਾਂਜੀ, ਜਿਹਨੂੰ ਕੋਈ ਸਕਿਨ ਪ੍ਰੋਬਲਮ ਹੈ ਉਹਦੇ ਵਾਸਤੇ ਨਮਕ ਝਾੜੂ ਚੜਾਇਆ ਜਾਂਦਾ ਜੀ। ਉਹ ਮੌਕੇ ਨਿਕਲਦੇ ਹੋਣ ਉਹਦੇ ਵਾਸਤੇ ਵੀ ਹੈ। ਇੱਥੇ ਬਾਬਾ ਜੀ ਕਿਰਪਾ ਨਾਲ ਜਲ ਲਈ ਆ ਕੇ ਦੁੱਖ ਦਲਿੱਦਰ ਦੇ ਕੋਈ ਮਨ ਦੀ ਸ਼ਾਂਤੀ ਦਾ ਅਰਦਾਸ ਕੀਤੀ ਜਾਂਦੀ ਹੈ। ਬੜੇ ਬੰਦਿਆਂ ਨੂੰ ਫਰਕ ਪਿਆ ਜੀ ਇਹਦੇ 'ਤੇ। ਬੁਖਾਰ ਵਾੜੀ ਦਾ ਬੁਖਾਰ ਚੱਲਦਾ, ਉਹਦੀ ਕਥਾ ਸੁਣਨੀ ਪੈਂਦੀ 3 ਦਿਨ, ਉਹਦੇ ਬਾਅਦ ਉਹ ਠੀਕ ਹੋ ਜਾਂਦਾ। ਪਤਾ ਲੱਗਾ ਵੀ ਜਿਹੜੇ ਬੱਚੇ ਸੋਕੜੇ ਹੁੰਦੇ ਆ ਉਹ ਠੀਕ ਹੁੰਦੇ ਆ। ਹਾਂਜੀ, ਉਹਦੇ ਵਾਸਤੇ ਭੜੋਲੀ ਚੜਾਉਣੀ ਪੈਂਦੀ, ਮਿੱਟੀ ਦੀ ਭੜੋਲੀ 'ਚ ਪ੍ਰਸ਼ਾਦ ਪਾਇਆ ਜਾਂਦਾ ਪਤਾਸਿਆਂ ਦਾ, ਉਹ ਚੜ੍ਹਦਾ। ਠੀਕ ਹੈ ਜੀ। ਮੈਨੂੰ ਇਹ ਦੱਸੋ ਵੀ ਅਸੀਂ ਦੇਖ ਰਹੇ ਹਾਂ ਇਸ ਬਾਜ਼ਾਰ ਵਿੱਚ ਕਾਫੀ ਦੁਕਾਨਾਂ ਜਿਹੜੀਆਂ ਵਾ ਜਿਨ੍ਹਾਂ ਵਿੱਚ ਪਾਥੀਆਂ ਰੱਖੀਆਂ ਗਈਆਂ। ਕਿੰਨੇ ਕੁ ਜਿਹੜੇ ਇੱਥੇ ਲੋਕ ਦੁਕਾਨ ਚਲਾ ਰਹੇ, ਜਿਹੜੀ ਸਭ ਤੋਂ ਵੱਡੀ ਪੁਰਾਣੀ ਦੁਕਾਨ ਕਿਹੜੀ ਹੈਗੀ? ਸਭ ਤੋਂ ਪੁਰਾਣੀ ਸਾਡੀ ਹੈ ਜੀ। ਸਾਨੂੰ 70 ਸਾਲ ਹੋ ਗਏ ਇੱਥੇ ਦੁਕਾਨ 'ਤੇ। ਠੀਕ ਹੈ। ਬਾਕੀ ਹੁਣ ਵੇਖੀ ਨਵੇਂ 4-5 ਜਣੇ ਹੋਰ ਆ ਗਏ। ਸੰਗਤਾਂ ਕਿੱਥੋਂ ਆ ਰਹੀਆਂ? ਸੰਗਤਾਂ ਤਾਂ ਬਹੁਤ ਦੂਰ ਤੋਂ ਆ ਰਹੀਆਂ, ਲੋਕ ਕੈਨੇਡਾ ਤੋਂ, ਅਮਰੀਕਾ ਤੋਂ, ਇੱਥੋਂ
ਆਪਣਾ ਕੀ ਕੋਈ ਮਾਨਸਾ ਤੋਂ ਆ ਰਿਹਾ, ਕੋਈ ਹਿਮਾਚਲ 'ਚੋਂ ਆ ਰਿਹਾ, ਕੋਈ ਬਾਹਰ ਦੇ ਦੇਸ਼ਾਂ 'ਚੋਂ ਆ ਰਿਹਾ, ਬਹੁਤ ਦੂਰ ਤੋਂ ਸੰਗਤ ਆ ਰਹੀ ਆ। ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਵਿਚਾਰੇ ਬਹੁਤ ਦੁਖੀ ਨੇ, ਜਿਹੜੇ ਕਿ ਆ ਰਹੇ ਨੇ, ਜਿਨ੍ਹਾਂ ਨੂੰ ਕਿ ਇੱਥੇ ਪਤਾ ਲੱਗਾ ਪ੍ਰਾਪਤੀ ਹੋਈ ਹੈ, ਉਹਨਾਂ ਨੇ ਅੱਗੇ ਜਾ ਕੇ ਦੱਸਿਆ ਉਹਨਾਂ ਦੇ ਵੀ ਅੱਗੇ ਪ੍ਰਾਪਤੀ ਹੋ ਰਹੀ ਆ। ਕਿੰਨਾ ਕੁ ਲੋਕਾਂ ਦੀ ਜਿਹੜੀਆਂ ਝੋਲੀਆਂ ਇੱਥੇ ਜਿਹੜੀਆਂ ਪੂਰੀਆਂ ਹੁੰਦੀਆਂ, ਮੁਰਾਦਾਂ ਪੂਰੀਆਂ ਹੁੰਦੀਆਂ? ਇਹਦੀ ਕੋਈ ਗਿਣਤੀ ਨਹੀਂ ਸੀ, ਬਹੁਤ ਬੇਇੰਥਾ। ਕੋਈ ਟਾਵਾਂ ਭਾਵੇਂ ਕਿਸੇ ਦੀ ਆਪਣੀ ਕੋਈ ਹੈਗਾ ਕਿ ਨਾ ਪੂਰੀ ਹੋਵੇ, ਮੋਸਟਲੀ ਕੋਈ ਖਾਲੀ ਨਹੀਂ ਗਿਆ, ਝੋਲੀਆਂ ਸਭ ਦੀਆਂ ਭਰੀਆਂ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਇੱਥੇ ਜਿਹੜੇ ਦੁਕਾਨਦਾਰ ਨੇ, ਉਹਨਾਂ ਦੱਸਿਆ ਕਿ ਪਿਛਲੇ 70 ਸਾਲ ਤੋਂ ਜਿਹੜੇ ਉਹ ਦੁਕਾਨ ਕਰ ਰਹੇ ਨੇ ਅਤੇ ਜਿਹੜਾ ਵੀ ਕਿਤੇ ਆਉਂਦਾ ਵਾ ਸੱਚੀ ਮੁਰਿਆਦ ਜਿਹੜੀ ਮੰਗਦਾ ਵਾ ਅਤੇ ਉਹ ਜਿਹੜੀ ਮੁਰਿਆਦ ਉਹਨਾਂ ਦੀ ਪੂਰੀ ਹੁੰਦੀ ਆ। ਇਹ ਅਸੀਂ ਗੱਲਬਾਤ ਕੀਤੀ ਜਿਹੜੇ ਕਿ ਦੁਕਾਨਦਾਰ ਜਿਹਨਾਂ ਦੱਸਿਆ ਕਿ ਪਿਛਲੇ 70 ਸਾਲ ਤੋਂ ਜਿਹੜੇ ਉਹ ਇੱਥੇ ਦੁਕਾਨ ਕਰ ਰਹੇ ਨੇ ਅਤੇ ਵੱਡੀ ਤਾਦਾਦ ਵਿੱਚ ਜਿਹੜੇ ਇੱਥੇ ਲੋਕ ਜਿਹੜੇ ਨੇ ਆਉਂਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਆਉਂਦੇ ਨੇ ਅਤੇ ਪਾਥੀਆਂ ਜਿਹੜੀਆਂ ਚੜਾ ਕੇ ਔਲਾਦ ਦੀ ਪ੍ਰਾਪਤੀ ਕਰਦੇ ਨੇ। ਅਤੇ ਨਾਲ ਹੀ ਕਿਹਾ ਕਿ ਜੇ ਜ਼ਰੂਰੀ ਨਹੀਂ ਕਿ ਇੱਥੇ ਔਲਾਦ ਵਾਸਤੇ ਲੋਕ ਆਉਂਦੇ, ਲੋਕ ਇੱਥੇ ਜਿਹੜਾ ਕਿ ਕਿਸੇ ਨੂੰ ਸਕਿਨ ਪ੍ਰੋਬਲਮ ਹੁੰਦੀ ਆ ਜਾਂ ਕਿਸੇ ਦਾ ਕੋਈ ਬੱਚਾ ਸੁੱਕੜਾ ਹੋ ਜਾਂਦਾ, ਜਿਸੇ ਸਿਹਤ ਨਹੀਂ ਠੀਕ ਹੁੰਦੀ, ਉਹ ਵੀ ਇੱਥੇ ਆ ਕੇ ਜਿਹੜੀਆਂ ਅਰਦਾਸ ਕਰਾਉਂਦੇ ਨੇ, ਭੜੋਲੀ ਚੜਾਉਂਦੇ ਨੇ, ਉਹ ਵੀ ਬੱਚੇ ਜਿਹੜੇ ਉਹ ਹਰੇ ਹੋ ਜਾਂਦੇ ਨੇ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੀ ਸੰਗਤ ਨਾਲ, ਜਿਹੜੀ ਕਿ ਸੰਗਤ ਇੱਥੇ ਆ ਕੇ ਮੱਥਾ ਟੇਕਦੀ ਹੈ, ਨਤਮਸਤਕ ਹੁੰਦੀ ਆ। ਆਓ ਚੱਲਦੇ ਆ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ, ਜਿੱਥੇ ਕਿ ਵੱਡੀ ਤਾਦਾਦ ਵਿੱਚ ਤੁਹਾਨੂੰ ਦਿਖਾਉਂਦੇ ਕਮਰੇ ਵਿੱਚ, ਜਿੱਥੇ ਕਿ ਪਾਥੀਆਂ ਜਿਹੜੀਆਂ ਵਾ, ਉਹ ਕਮਰਾ ਵਾ ਜਿੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਸਾਡੇ ਕੈਮਰੇ ਵਿੱਚ ਪੰਜਾਬੀ ਲੋਕ ਚੈਨਲ 'ਤੇ, ਜਿੱਥੇ ਕਿ ਪੂਰਾ ਕਮਰਾ ਜਿਹੜਾ ਵਾ ਭਰਿਆ ਹੋਇਆ ਪਾਥੀਆਂ ਨਾਲ ਅਤੇ ਸੰਗਤਾਂ ਜਿਹੜੀਆਂ ਵਾ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਜਿਹੜੀਆਂ ਪਾਥੀਆਂ ਜਿਹੜੀ ਚੜਾ ਜਾਂਦੀਆਂ ਅਤੇ ਆਪਣੀਆਂ ਮਨੋਕਾਮਨਾ ਜਿਹੜੀਆਂ ਇੱਥੋਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਤੇ ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੀ ਸੰਗਤ ਵੀ ਆਈ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਵੀਰ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੁਰਜਿੰਦਰ ਸਿੰਘ ਜੀ ਹੈ ਜੀ। ਠੀਕ ਹੈ। ਮੈਂ ਲਖੀਮਪੁਰ ਯੂਪੀ ਤੋਂ ਆਇਆ, ਨੇਪਾਲ ਬਾਰਡਰ ਤੋਂ। ਹਾਂਜੀ, ਇਸ ਗੁਰਦੁਆਰੇ ਬਾਰੇ ਮੈਂ ਕਾਫੀ ਸੁਣਿਆ ਹੋਇਆ ਸੀਗਾ ਤੇ ਇਤਫਾਕ ਨਾਲ ਮੈਂ ਅੱਜ ਇੱਥੇ ਪਹੁੰਚਿਆ ਹਾਂ ਤਾਂ ਮੈਂ ਦਰਸ਼ਨ ਕਰਨ ਆਇਆ। ਠੀਕ ਹੈ ਜੀ। ਕਿਉਂਕਿ ਇਹ ਵੀ ਸੁਣਨ ਚ ਆਇਆ ਵੀ ਇੱਥੇ ਜਿਹੜੀਆਂ ਪਾਥੀਆਂ ਚੜਾ ਕੇ ਜਿਹੜੀ ਪੁੱਤਰ ਦੀ ਪ੍ਰਾਪਤੀ ਹੁੰਦੀ ਆ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ? ਹਾਂਜੀ, ਇਸ ਬਾਰੇ ਮਤਲਬ ਕਾਫੀ ਸੁਣਿਆ ਹੋਇਆ ਸੀਗਾ ਇਹਦੇ ਬਾਰੇ 'ਚ, ਤੇ ਬਾਕੀ ਹੁਣ ਅਸੀਂ ਵੀ ਆਏ ਇਸ ਦਰ ਦੇ ਉੱਤੇ ਕਿ ਬਾਬਾ ਜੀ ਸਾਡੀ ਝੋਲੀਆਂ ਭਰਨ, ਪੁੱਤਰ ਦੀ ਦਾਤ ਬਖਸ਼ਣ। ਠੀਕ ਹੈ, ਬਹੁਤ ਬਹੁਤ ਧੰਨਵਾਦ ਕੀਤੀ। ਜਿਹੜੇ ਕਿ ਬਹੁਤ ਨੇਪਾਲ ਬਾਰਡਰ ਤੋਂ ਜਿਹੜੇ ਆਏ ਨੇ, ਉਹਨਾਂ ਦੱਸਿਆ ਵੀ ਸਾਨੂੰ ਜਿਹੜਾ ਪਤਾ ਲੱਗਾ ਸੀ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਕਿ ਪਾਥੀਆਂ ਚੜਾ ਕੇ ਜਿਹੜਾ ਵਾ ਪੁੱਤਰ ਦੀ ਜਿਹੜੀ ਆ ਦਾਤ ਪ੍ਰਾਪਤ ਹੁੰਦੀ ਹੈ ਅਤੇ ਵੱਡੀ ਤਾਦਾਦ ਜਿਹੜੀ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇੱਥੇ ਮੱਥਾ ਟੇਕਦੀ ਆ, ਨਤਮਸਤਕ ਹੁੰਦੀ ਆ ਅਤੇ ਅਰਦਾਸ ਬੇਨਤੀ ਜਿਹੜੀ ਕਰਦੀ ਆ ਅਤੇ ਬਾਬਾ ਜੀ ਵੱਲੋਂ ਜਿਹੜੀਆਂ ਉਹਨਾਂ ਦੀ ਝੋਲੀਆਂ ਭਰੀਆਂ ਜਾਂਦੀਆਂ ਵਾ, ਕਿਉਂਕਿ ਕਹਿੰਦਾ ਵੀ ਪੁੱਤਰ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ। ਇਸ ਕਰਕੇ ਜਿਹੜੀ ਆ ਹਰ ਕੋਈ ਜਿਹੜਾ ਚਾਹੁੰਦਾ ਵਾ ਵੀ ਪੁੱਤਰ ਦੀ ਜਿਹੜੀ ਦਾਤ ਆ ਉਹਨਾਂ ਨੂੰ ਪ੍ਰਾਪਤ ਹੋਵੇ ਅਤੇ ਮਨੋਕਾਮਨਾ ਜਿਹੜੀਆਂ ਆਸ ਲੈ ਕੇ ਲੋਕ ਬਹੁਤ ਜ਼ਿਆਦਾ ਵੱਡੀ ਤਾਦਾਦ ਵਿੱਚ ਇੱਥੇ ਆਉਂਦੇ ਨੇ। ਤੇ ਹੋਰ ਵੀ ਗੱਲਬਾਤ ਕਰਾਂਗੇ ਸੰਗਤ ਨਾਲ, ਜਿਹੜੀ ਕਿ ਸੰਗਤ ਇੱਥੇ ਆਈ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਨੂੰ ਪੁੱਛਦੇ ਇਸ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਜਿਹੜੀ ਅੱਜ ਅਰਦਾਸ ਬੇਨਤੀ ਕਰਾਉਣ ਆਏ ਜੀ? ਬਸ ਅਰਦਾਸ ਆਪਣੀ ਉਹੀ ਸ਼ਰਧਾ ਨਾਲ ਕਿ ਸਾਡੀ ਵੀ ਬਾਬਾ ਜੀ ਸੁਣਨ ਤੇ ਸਾਡੀ ਵੀ ਮਨੋਕਾਮਨਾ ਪੂਰੀ ਹੋਵੇ, ਇਹੀ ਆਸ ਮੁਰਾਦ ਲੈ ਕੇ ਅਸੀਂ ਵੀ ਇਸ ਗੁਰਦੁਆਰੇ ਤੇ ਦਰਸ਼ਨ ਕਰਨ ਆਏ ਹਾਂ। ਤੇ ਬਸ ਬਾਬਾ ਜੀ ਮਿਹਰ ਕਰਨ, ਸਭ ਦੀਆਂ ਮੁਰਾਦਾਂ ਪੂਰੀਆਂ ਕਰਨ। ਲਖੀਮਪੁਰ ਖੀਰੀ ਯੂਪੀ ਤੋਂ ਆਏ ਹੋਏ ਹਾਂ ਅਸੀਂ। ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਇਸ ਗੁਰਦੁਆਰਾ ਸਾਹਿਬ ਦਾ ਵੀ ਇੱਥੇ ਜਿਹੜੀ ਆ ਪੁੱਤਰ ਦੀ ਦਾਤ ਵਾਸਤੇ ਜਿਹੜੇ ਲੋਕ ਅਰਦਾਸ ਬੇਨਤੀ ਕਰਦੇ ਨੇ, ਉਹਨਾਂ ਦੀ ਝੋਲੀਆਂ ਭਰੀ ਜਾਂਦੀਆਂ ਨੇ, ਕਿੱਥੋਂ ਪਤਾ ਲੱਗਾ? ਇਹ ਕਾਫੀ ਸੰਗਤ ਤੋਂ ਵੀ ਪਤਾ ਚੱਲਿਆ, ਕੁਝ ਸਾਡੇ ਦਾਦੀ ਜੀ ਵੀ ਆਪਣੇ ਪੇਰੈਂਟਸ ਤੋਂ ਵੀ ਪਤਾ ਚੱਲਿਆ ਸੀ। ਤੇ ਅੱਜ ਕੱਲ੍ਹ ਵੈਸੇ ਹੀ ਨੈਟਸ ਫੇਸਬੁੱਕਸ ਤੇ ਵੀ ਬਹੁਤ ਜ਼ਿਆਦਾ ਇਸ ਗੁਰਦੁਆਰੇ ਦੀ ਚੱਲ ਰਹੀ ਹੈ, ਤਾਂ ਇਸੇ ਲਈ ਅਸੀਂ ਹੁਣ ਆਏ ਸੀ ਤਾਂ ਅਸੀਂ ਕਿ ਅਸੀਂ ਵੀ ਦਰਸ਼ਨ ਕਰਕੇ ਜਾਈਏ। ਤੇ ਬਿਲਕੁਲ, ਹਾਂਜੀ, ਬਹੁਤ ਧੰਨਵਾਦ ਜੀ। ਇਹ ਦੇਖੀ ਸੰਗਤਾਂ ਜਿਹੜੀਆਂ ਨੇ ਬਹੁਤ ਬਹੁਤ ਦੂਰੋਂ ਆ ਕੇ ਜਿਹੜੀਆਂ ਵਾ ਆਪਣੀਆਂ ਆਸਾਂ ਮੁਰਾਦਾਂ ਜਿਹੜੀਆਂ ਇੱਥੇ ਆ ਕੇ ਮੱਥਾ ਟੇਕਦੀਆਂ ਨੇ ਅਤੇ ਜਿਹੜੀ ਅਸੀਂ ਇਸ਼ਨਾਨ ਕਰਦੀਆਂ ਨੇ ਅਤੇ ਪ੍ਰਮਾਤਮਾ ਕੋਲੋਂ ਅਰਦਾਸ ਬੇਨਤੀ ਕਰਦੀਆਂ ਨੇ ਕਿ ਪ੍ਰਮਾਤਮਾ ਉਹਨਾਂ ਦੀਆਂ ਜਿਹੜੀਆਂ ਝੋਲੀਆਂ ਭਰੇ, ਤਾਂ ਜੋ ਕਿ ਜਿਹੜੀਆਂ ਉਹਨਾਂ ਦੇ ਘਰੇ ਵੀ ਔਲਾਦ ਹੋ ਸਕੇ, ਪੁੱਤਰ ਦੀ ਜਿਹੜੀ ਪ੍ਰਾਪਤੀ ਹੋ ਸਕੇ। ਤੇ ਹੁਣ ਗੱਲਬਾਤ ਕਰਾਂਗੇ ਹੋਰ ਜਿਹੜੀ ਸੰਗਤ ਆਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਮੇਰਾ ਨਾਮ ਇੰਦਰਜੀਤ ਕੌਰ ਹੈ, ਕਿੱਥੋਂ ਆਏ? ਮੁਕਤਸਰ ਸਾਹਿਬ ਤੋਂ ਜੀ। ਹਾਂਜੀ, ਇੱਥੇ ਕਿਸ ਗੁਰਦੁਆਰਾ ਸਾਹਿਬ ਕਿਹੜਾ ਹੈ ਜੀ, ਕੀ ਨਾਮ ਹੈ? ਭਾਈ ਸਾਲੋ ਜੀ ਦਾ ਗੁਰਦੁਆਰਾ। ਕੀ ਅਰਦਾਸ ਮਨ ਚ ਲੈ ਕੇ ਆਏ ਜੀ ਇੱਥੇ, ਕਿਹੜੀ ਆਸਾ ਪੂਰੀ ਹੁੰਦੀ ਹੈ? ਬਸ ਪੋਤੇ ਦੀ ਦਾਤ ਵਾਹਿਗੁਰੂ ਦੇਗਾ, ਉਹੀ ਲੈ ਕੇ ਆਏ ਹਾਂ ਆਸ। ਤੇ ਬ੍ਰਹਮ ਗਿਆਨੀ ਜੀ ਹੈਗੇ ਭਾਈ ਸਾਲੋ ਜੀ, ਇਹ ਬ੍ਰਹਮ ਗਿਆਨੀ ਦੇ ਰੂਪ ਵਿੱਚ ਸੀ, ਇਹ ਸਭ ਦੀਆਂ ਇੱਛਾ ਪੂਰੀਆਂ ਕਰਦੇ ਨੇ। ਇਸ ਤਰ੍ਹਾਂ ਬਾਬਾ ਬੁੱਢਾ ਜੀ ਕਰਦੇ ਹੈ, ਉਸੇ ਤਰ੍ਹਾਂ ਇਹ ਬ੍ਰਹਮ ਗਿਆਨੀ ਹੈ। ਪ੍ਰਸ਼ਾਦ ਕਿਸ ਚੀਜ਼ ਦਾ ਜਿਹੜਾ ਆਇਆ? ਹਾਂਜੀ, ਪ੍ਰਸ਼ਾਦ ਕਾਹਦਾ ਜਿਹੜਾ ਆਇਆ? ਪਾਥੀ ਦਾ ਜੀ।
ਪਾਥੀ ਦਾ ਪ੍ਰਸ਼ਾਦ ਚੜਾ ਕੇ ਟੋਬਾ ਸਾਹਿਬ ਤੋਂ ਜਲ ਲੈ ਕੇ ਇਸ਼ਨਾਨ ਕਰਕੇ ਫਿਰ ਹੁਣ ਅਰਦਾਸ ਕਰਾਉਣ ਲੱਗੇ ਹਾਂ ਜੀ। ਅਰਦਾਸ ਕਰਾ ਕੇ ਫਿਰ ਘਰ ਨੂੰ ਜਾਵਾਂਗੇ। ਕਿੰਨੇ ਸੰਗਤਾਂ ਦੀ ਆਸਾਂ ਇੱਥੇ ਵਾਦਾ ਪੂਰੀ ਹੁੰਦੀਆਂ ਹਾਂਜੀ, ਅਣਗਿਣਤ, ਕੋਈ ਅੰਤ ਨਹੀਂ। ਤੇ ਕਿੱਥੋਂ ਕਿੱਥੋਂ ਸੰਗਤਾਂ ਬਸ ਮਨ ਜੋ ਵਾਹਿਗੁਰੂ ਤੋਂ ਪ੍ਰੇਮ ਦਾ ਭੁੱਖਾ ਹੈ, ਜਿਹੜਾ ਪ੍ਰੇਮ ਕਰਕੇ ਆਵੇਗਾ, ਜਾਂ ਕੋਈ ਕਿੰਤੂ ਪਰੰਤੂ ਕਰੇਗਾ ਉਹਦੀ ਨਹੀਂ ਹੋਏਗੀ। ਜੇ ਕੋਈ ਪ੍ਰੇਮ ਨਾਲ ਆਏਗਾ ਧੰਨੇ ਜੱਟ ਦੀ ਕਿਵੇਂ ਪੱਥਰ 'ਚ ਪਾ ਲਿਆ, ਉਹ ਹੀ ਹੈ ਬਸ। ਜੇ ਆਪਣੇ ਮਨ 'ਚ ਸ਼ਰਧਾ ਹੈ ਤਾਂ ਸਭ ਕੁਛ ਹੈ, ਸ਼ਰਧਾ ਨਹੀਂ ਫਿਰ ਕੁਛ ਨਹੀਂ। ਠੀਕ ਹੈ, ਧੰਨਵਾਦ ਜੀ। ਕੀ ਨਾਮ ਕੀ ਤੁਹਾਡਾ? ਮੇਰਾ ਸਰਦਾਰ ਜਗੀਰ ਸਿੰਘ ਜੀ, ਮੈਂ ਬਿਜਲੀ ਬੋਰਡ ਜਈ ਡਿਊਟੀ ਕਰਦਾ ਜੀ। ਠੀਕ ਹੈ। ਤੇ ਇਹ ਗੁਰਦੁਆਰਾ ਸਾਹਿਬ ਭਾਈ ਸਾਲੂ ਜੀ ਦਾ ਹੈ, ਬਹੁਤ ਇਤਿਹਾਸਕ ਗੁਰਦੁਆਰਾ ਜੀ ਇਹ। ਬਹੁਤ ਸੰਗਤਾਂ ਨਮਸਤਕ ਹੁੰਦੀਆਂ ਨੇ ਇੱਥੇ ਜੀ। ਸਾਡੇ ਵੀ ਕੁਝ ਬਾਹਰੋਂ ਰਿਸ਼ਤੇਦਾਰ ਆਏ ਤੇ ਉਹਨਾਂ ਦੀਆਂ ਵੀ ਇੱਥੇ ਮਨੋਕਾਮਨਾ ਬਹੁਤ ਪੂਰੀਆਂ ਹੁੰਦੀਆਂ ਨੇ। ਜੋ ਕਿੱਥੇ ਵਰ ਹੈ ਭਾਈ ਸਾਲੂ ਜੀ ਦਾ ਪਾਥੀਆਂ ਚੜਾਵਾ ਚੜ੍ਹਦਾ, ਜੋ ਸਟੋਬੇ ਵਿੱਚ ਬੀਬੀਆਂ 40 ਦਿਨ ਇਸ਼ਨਾਨ ਕਰਦੀਆਂ ਨੇ, ਜੇ ਮਨੋਕਾਮਨਾ ਪੂਰੀਆਂ ਹੁੰਦੀਆਂ। ਮੈਂ ਪੁਰਜੋਰ ਸੰਗਤਾਂ ਨੂੰ ਅਪੀਲ ਇਹ ਕਰਦਾ ਵੀ ਇਹ ਇਤਿਹਾਸਕ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਲੋਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਹੈ। ਤੇ ਇਹੀ ਮੈਂ ਅਪੀਲ ਕਰਦਾ ਵੀ ਬਹੁਤ ਸੋਹਣਾ ਗੁਰਦੁਆਰਾ ਇਸ ਵੇਲੇ ਬਣਿਆ ਹੋਇਆ ਹੈ। ਸੰਗਤਾਂ ਬਹੁਤ ਇੱਥੇ ਨਮਸਤਕ ਹੁੰਦੀਆਂ ਹਨ। ਹਰ ਤਰ੍ਹਾਂ ਕਿਸੇ ਵੀ ਪ੍ਰਕਾਰ ਦੀ ਇੱਥੇ ਮਨੋਕਾਮਨਾ ਪੂਰੀ ਹੁੰਦੀ ਆ। ਮੈਂ ਬੇਨਤੀ ਫਿਰ ਦੁਬਾਰਾ ਸੰਗਤਾਂ ਨੂੰ ਕਰੂੰਗਾ, ਆਪਣਾ ਕੁਝ ਜ਼ਰੂਰੀ ਸਮਾਂ ਕੱਢ ਕੇ ਇਸ ਗੁਰਦੁਆਰੇ ਦੇ ਨਮਸਤਕ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ। ਕੀ ਕਹਿਣਾ ਚਾਹੋਗੇ ਵੀ ਜ਼ਰੂਰੀ ਵੀ ਇੱਥੇ ਜਿਹੜੀਆਂ ਵਾ ਉਹ ਸੰਗਤਾਂ ਆਉਂਦੀਆਂ ਜਿਨ੍ਹਾਂ ਘਰ ਔਲਾਦ ਨਹੀਂ ਹੁੰਦੀ, ਜਿਨ੍ਹਾਂ ਘਰ ਪੁੱਤਰ ਹੁੰਦੀ, ਕਿ ਹਰ ਇੱਕ ਮਨੋਕਾਮਨਾ ਜਿਹੜੀ ਇੱਥੇ ਪੂਰੀ ਹੁੰਦੀ ਹੈ ਨਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਬੋਧਨ ਸਾਂਝੀ ਜੇ ਜੋ ਕਿ ਹਰ ਇੱਕ ਫਿਰਕੇ ਪ੍ਰਸਤੇ ਕੋਈ ਵੀ ਮਨੋਕਾਮਨਾ ਪੂਰੀ ਹੁੰਦੀ ਹੈ ਜੀ। ਅਸੀਂ ਦੇਖਿਆ ਵੀ ਇੱਥੇ ਜਿਹੜੀਆਂ ਲੋਕ ਆਉਂਦੇ ਨੇ ਉਹ ਪਾਥੀਆਂ ਲੈ ਕੇ ਆਉਂਦੇ ਆ, ਪਾਥੀਆਂ ਚੜਾਉਂਦੇ ਨੇ। ਕੀ ਇਹ ਥੋੜ੍ਹਾ ਦੱਸੋਗੇ ਪਾਥੀਆਂ ਬਾਰੇ ਵੀ ਕਿਉਂ ਪਾਥੀ ਚੜਾਉਂਦੇ ਨੇ? ਇਹ ਪਾਥੀਆਂ ਜੀ ਪਿੱਛੇ ਇਹਨਾਂ ਨਾਲ ਵਾਰਜ ਹੋਇਆ ਸੀ ਇਹਨਾਂ ਨੂੰ ਵੀ ਜੋ ਪਾਥੀ 'ਚ ਰਹੇਗਾ ਉਹਨਾਂ ਨੂੰ ਪੁੱਤਰਾਂ ਦੀ ਦਾਤਾਂ ਮਿਲਦੀਆਂ ਨੇ। ਅਤੇ ਉਹ ਸੰਗਤਾਂ ਦਾ ਵਿਸ਼ਵਾਸ ਬਣਿਆ ਹੋਇਆ ਅਤੇ ਸੰਗਤਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ। ਅਤੇ ਸੰਗਤਾਂ ਬਹੁਤ ਇੱਥੇ ਕਾਫੀ ਆਉਂਦੀਆਂ ਨੇ, ਤੁਸੀਂ ਦੇਖ ਹੀ ਰਹੇ ਜੇ ਇੱਥੇ। ਅਤੇ ਮੈਂ ਇਹੀ ਕਰੂੰਗਾ ਜੋ ਜ਼ਿੰਦਗੀ 'ਚ ਸਫ਼ਰ ਆਪਾਂ ਕਰਨਾ ਆ ਤਾਂ ਗੁਰੂ ਘਰ ਤੋਂ ਪ੍ਰਾਪਤੀ ਤੋਂ ਹੀ ਆਪਾਂ ਨੂੰ ਸੇਧ ਮਿਲਦੀ ਆ। ਜੋ ਇੱਥੋਂ ਦੇ ਭਗਤ ਪੀਰ ਗੁਰੂ ਸਾਹਿਬ ਬਣ ਹੋਏ ਨੇ, ਉਹਨਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਹੀ ਆਪਣਾ ਜ਼ਿੰਦਗੀ ਦਾ ਸਫ਼ਰ ਸੋਹਣਾ ਹੀ ਬਤੀਤ ਕਰ ਸਕਦੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਸ ਗੱਲਬਾਤ ਕੀਤੀ ਜਿਹੜੇ ਕਿ ਸ਼ਰਧਾਲੂ ਇੱਥੇ ਆਏ ਨੇ, ਇਹਨਾਂ ਕਿਹਾ ਵੀ ਇਹਨਾਂ ਦੇ ਇੱਕ ਰਿਸ਼ਤੇਦਾਰ ਨੇ ਜਿਹੜੇ ਵਿਦੇਸ਼ਾਂ 'ਚੋਂ ਖਾਸ ਕੇ ਜਿਹੜੇ ਕੈਨੇਡਾ ਵਿੱਚੋਂ ਆਏ ਨੇ, ਉਹਨਾਂ ਕਿਹਾ ਵੀ ਇੱਥੇ ਉਹ ਆ ਕੇ ਜਿਹੜੇ ਦਰਸ਼ਨ ਕੀਤੇ ਨੇ, ਉਹਨਾਂ ਨੇ ਕਿ ਜਿਹੜਾ ਪਾਥੀਆਂ ਜਿਹੜੀ ਚੜਾਈਆਂ ਨੇ ਅਤੇ ਮਨੋਕਾਮਨਾ ਕੀਤੀ ਹੈ ਵੀ ਉਹ ਜਿਹੜਾ ਉਹਨਾਂ ਦੇ ਘਰੇ ਔਲਾਦ ਹੋਵੇ, ਉਹਨਾਂ ਘਰੇ ਪੁੱਤਰ ਦੀ ਦਾਤ ਬਖਸ਼ੇ। ਅਤੇ ਵੱਡੀ ਤਾਦਾਦ ਵਿੱਚ ਜਿਹੜੇ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ, ਨਤਮਸਤਕ ਹੁੰਦੇ ਨੇ। ਜ਼ਰੂਰੀ ਨਹੀਂ ਕਿ ਇੱਥੇ ਜਿਹੜੇ ਲੋਕਾਂ ਦੀਆਂ ਔਲਾਦ ਵਾਸਤੇ ਜਿਹੜੇ ਲੋਕ ਹੁੰਦੇ ਨੇ, ਇੱਥੇ ਹਰ ਕਿਸੇ ਦੀ ਕੋਈ ਹਰ ਜਿਹੜੀ ਮਨੋਕਾਮਨਾ ਹੁੰਦੀ ਆ, ਹਰ ਜਿਹੜੀ ਮਨੋਕਾਮਨਾ ਇੱਥੇ ਪੂਰੀ ਹੁੰਦੀ ਹੈ। ਚਾਹੇ ਉਹ ਪੁੱਤਰ ਪ੍ਰਾਪਤੀ ਹੋਵੇ, ਚਾਹੇ ਕਿਸੇ ਦਾ ਕਿਸੇ ਰੋਗ ਹੋਵੇ, ਕਿਸੇ ਨੂੰ ਕੋਈ ਵੀ ਮੰਨ ਲਓ ਬੁਖਾਰ ਹੋਵੇ ਜਾਂ ਕਿਸੇ ਨੂੰ ਸਕਿਨ ਪ੍ਰੋਬਲਮ ਹੋਵੇ, ਹਰ ਤਰ੍ਹਾਂ ਦੀ ਜਿਹੜੀ ਲੋਕ ਇੱਥੇ ਆ ਕੇ ਅਰਦਾਸ ਕਰਦੇ ਨੇ ਅਤੇ ਉਹ ਉਹਨਾਂ ਦੀ ਜਿਹੜੀਆਂ ਮਨੋਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ। ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਜੇਕਰ ਕਿਸੇ ਦੇ ਘਰੇ ਕੋਈ ਔਲਾਦ ਨਹੀਂ ਹੁੰਦੀ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਇੱਕ ਵਾਰੀ ਆ ਕੇ ਟੋਬਾ ਭਾਈ ਸ਼ਾਲੋ ਜਿਹੜਾ ਅੰਮ੍ਰਿਤਸਰ ਵਿਖੇ ਜਿਹੜਾ ਕਿ ਬੰਬੇ ਵਾਲੇ ਖੂਹ ਦੇ ਲਾਗੇ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਆ ਕੇ ਕੋਈ ਆ ਕੇ ਨਤਮਸਤਕ ਹੋਣ, ਮੱਥਾ ਟੇਕਣ ਅਤੇ ਅਰਦਾਸ ਬੇਨਤੀ ਕਰਨ। ਉਹਨਾਂ ਘਰੇ ਪਰਮਾਤਮਾ ਜਿਹੜੀ ਭਾਈ ਸ਼ਾਲੋ ਜੀ ਆ ਹਰ ਕਿਸੇ ਜਿਹੜੀਆਂ ਝੋਲੀਆਂ ਭਰਦੇ ਨੇ, ਕਿਸੇ ਨੂੰ ਜਿਹੜੀ ਆ ਨਾਸ਼ ਨਹੀਂ ਮੋੜਦੇ। ਤੇ ਹੁਣ ਗੱਲਬਾਤ ਕੀਤੀ ਸੀ ਅਸੀਂ ਸੰਗਤ ਦੇ ਨਾਲ, ਤੇ ਹੁਣ ਤੁਹਾਨੂੰ ਜਿਹੜਾ ਵਾ ਉਹ ਟੋਬਾ ਦਿਖਾਵਾਂਗੇ ਜਿੱਥੇ ਕਿ ਸਾਡੀਆਂ ਜਿਹੜੀਆਂ ਭੈਣਾਂ ਜਿਹੜੀਆਂ ਆ ਕੇ ਇਸ਼ਨਾਨ ਕਰਦੀਆਂ ਨੇ, ਜਿੱਥੋਂ ਕਿ ਵਰ ਮਿਲਿਆ ਟੋਬਾ ਭਾਈ ਗੁਰਦਾ ਸਾਹਿਬ ਦਾ, ਤਾਂ ਦਿਖਾਵਾਂਗੇ। ਇਹ ਉਹ ਟੋਬਾ ਵਾ ਜਿੱਥੇ ਕਿ ਭਾਈ ਸ਼ਾਲੋ ਜੀ ਨੇ ਵਰ ਦਿੱਤਾ ਸੀ ਵੀ 40 ਦਿਨ ਜਿਹੜੀਆਂ ਬੀਬੀਆਂ ਇੱਥੋਂ ਜਲ ਲੈ ਕੇ ਜਿਹੜਾ ਵਾ ਇਸ਼ਨਾਨ ਕਰਨੀ ਆ, ਉਸ ਦੇ ਘਰ ਜਿਹੜੀ ਆ ਪੁੱਤਰ ਦੀ ਪ੍ਰਾਪਤੀ ਹੋਵੇਗੀ, ਔਲਾਦ ਦੀ ਪ੍ਰਾਪਤੀ ਹੋਵੇਗੀ। ਦਰਸ਼ਨ ਕਰੋ ਤੁਸੀਂ ਟੋਬਾ ਭਾਈ ਸ਼ਾਲੋ ਜੀ ਦੀਆਂ। ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਡੇ ਕੈਮਰੇ ਵਿੱਚ, ਅਤੇ ਵੱਡੀ ਤਾਦਾਦ ਵਿੱਚ ਜਿਹੜੀਆਂ ਵਾ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ। ਜਿਹੜੀਆਂ ਭੈਣਾਂ ਉਹਨਾਂ ਨੂੰ ਜਿਹੜੀ ਆ ਪੁੱਤਰ ਦੀ ਪ੍ਰਾਪਤੀ ਹੁੰਦੀ ਆ, ਵੱਡੀ ਤਾਦਾਦ ਵਿੱਚ ਜਿਹੜੇ ਔਲਾਦ ਜਿਹੜੀ ਆ ਪ੍ਰਾਪਤੀ ਹੁੰਦੀ ਆ। ਟੋਬਾ ਤੁਸੀਂ ਭਾਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਦਰਸ਼ਨ ਕਰ ਰਹੇ ਹੋ। ਇਹ ਸੀ ਗੱਲਬਾਤ ਕੀਤੀ ਜਿਹੜੀ ਕਿ ਸੰਗਤ ਜਿਹੜੀ ਕਿ ਇੱਥੇ ਨਤਮਸਤਕ ਹੋਣ ਆਈ ਹੈ, ਮੱਥਾ ਟੇਕਣ ਆਈ ਹੈ, ਅਤੇ ਉਹਨਾਂ ਨੇ ਕਿਹਾ ਵੀ ਇੱਥੋਂ ਜਿਹੜੀਆਂ ਹੱਕ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ। ਤੇ ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੋਂ ਜਿਹੜੇ ਕਿ ਭਾਈ ਟੋਬਾ ਜੀ ਸ਼ਾਲੋ ਦੇ ਜਿਹੜੇ ਗ੍ਰੰਥੀ ਸਾਹਿਬ ਨੇ, ਭਾਈ ਸਤਨਾਮ ਸਿੰਘ ਜੀ, ਉਹ ਸਾਡੇ ਨਾਲ ਨੇ। ਉਹਨਾਂ ਗੱਲਬਾਤ ਕਰਦੇ ਆ ਅਤੇ ਪੁੱਛਦੇ ਆ ਵੀ ਉੱਥੋਂ ਦਾ ਜਿਹੜਾ ਇਤਿਹਾਸ ਕੀ ਹੈ, ਬਾਬਾ ਜੀ ਦਾ ਜਿਹੜੇ ਪਾਥੀਆਂ ਚੜਾਉਣ ਦੀ ਜਿਹੜੀ ਹੈ ਕਿਸ ਤਰ੍ਹਾਂ ਜਿਹੜੀ ਆ ਪਤਾ ਚੱਲੀ ਹੈ। ਗੱਲਬਾਤ ਕਰਦੇ ਆ। ਹਾਂਜੀ, ਵਾਹਿਗੁਰੂ ਖਾਲਸਾ, ਸ੍ਰੀ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਕਿਸ ਤਰ੍ਹਾਂ ਜਿਹੜੀ ਇਹ ਪ੍ਰਥਾ ਚੱਲੀ ਹੈ ਜਿਹੜੀ ਕਿ ਪਾਥੀਆਂ ਚੜਾਉਣ ਦੀ, ਸਾਡੇ ਦਰਸ਼ਕਾਂ ਦੱਸੋ ਵੀ ਕੀ ਹੈ ਜਿਹੜੀ ਬਾਬਾ ਜੀ ਵੱਲੋਂ ਜਿਹੜੀ ਰੱਖੀ ਗਈ ਸੀ। ਇਹ ਪ੍ਰਥਾ ਜੀ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਾ ਰਹੇ ਸਨ, 4 ਬਾਈਆਂ ਤੇ 4 ਗੁਰਸਿੱਖਾਂ ਨੂੰ ਸੇਵਾ ਬਖਸ਼ੀ ਗਈ ਸੀ, ਜਿਨ੍ਹਾਂ 'ਚ ਬਾਬਾ ਬੁੱਢਾ ਸਾਹਿਬ ਜੀ,
ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ ਅਤੇ ਭਾਈ ਸ਼ਾਲੂ ਜੀ ਸ਼ਾਮਲ ਸਨ। ਔਰ ਉਸ ਸਮੇਂ ਜੋ ਇੱਟਾਂ ਪਕਾਉਣ ਲਈ ਉੱਥੇ ਆਵੇ ਲਾਏ ਗਏ ਸਨ, ਉਹਨਾਂ ਵਿੱਚ ਵਰਤਿਆ ਜਾਣ ਵਾਲਾ ਬਾਲਣ ਮੀਂਹ ਪੈਣ ਦੇ ਕਾਰਨ ਗਿੱਲਾ ਹੋ ਗਿਆ ਸੀ ਔਰ ਇੱਟਾਂ ਨਹੀਂ ਸੀ ਪੱਕ ਰਹੀਆਂ। ਔਰ ਬਾਬਾ ਸ਼ਾਲੋ ਜੀ ਨੇ ਕੁਝ ਸੰਗਤਾਂ ਨੂੰ ਨਾਲ ਲੈ ਕੇ ਸਿਰਾਂ ਤੇ ਟੋਕਰੇ ਰੱਖ ਕੇ ਅੰਮ੍ਰਿਤਸਰ ਦੇ ਲਾਗੇ ਜਿਤਨੀ ਕੁ ਵਸੋਂ ਸੀ, ਪੰਡੋਰੀ, ਵੜੈਚ ਆਦਿਕ ਪਿੰਡ, ਉੱਥੇ ਜਾ ਕੇ ਹੋਕਾ ਦਿੱਤਾ, ਜਿਸ ਘਰ ਕੋਈ ਬੱਚਾ ਨਹੀਂ ਜਾਂ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਘਰ ਨੂੰ ਇੱਕ ਪਾਥੀ ਦੇ ਕੇ ਪ੍ਰਾਪਤੀ ਕਰ ਲਵੋ। ਜੋ ਸੰਗਤਾਂ ਸ਼ਰਧਾ ਵਾਲੀਆਂ ਸਨ, ਟੋਕਰੇ ਭਰ ਕੇ ਸੇਵਾ ਕੀਤੀ, ਪਾਥੀਆਂ ਦੇਣੀਆਂ ਕੀਤੀਆਂ। ਕੁਝ ਸੰਗਤਾਂ ਜਿਹੜੀਆਂ ਤਰਕ ਵਾਲੀਆਂ ਸਨ, ਜਿਹੜੀਆਂ ਕਹਿਣ ਲੱਗੀਆਂ, ਐਸਾ ਤੇਰਾ ਕਿਹੜਾ ਗੁਰੂ ਜਿਹੜਾ ਪਾਥੀਆਂ ਤੋਂ ਪੁੱਤਰ ਦੇਣ ਦੀ ਗੱਲ ਕਰਦਾ ਹੈ? ਅਸੀਂ ਤੈਨੂੰ ਇੰਨੀਆਂ ਪਾਥੀਆਂ ਦੇਵਾਂਗੇ, ਦੇਖਾਂਗੇ ਤੇਰਾ ਗੁਰੂ ਸਾਨੂੰ ਕਿੰਨੇ ਪੁੱਤਰ ਦੇਵੇਗਾ। ਬਾਬਾ ਜੀ ਨੇ ਬਚਨ ਕੀਤਾ, ਗੱਲ ਪਾਥੀਆਂ ਦੀ ਨਹੀਂ, ਗੱਲ ਸ਼ਰਧਾ ਤੇ ਭਾਵਨਾ ਦੀ ਹੈ। ਜੋ ਗੁਰੂ ਘਰ ਦੀਆਂ ਸੇਵਾਵਾਂ ਸ਼ਰਧਾ ਭਾਵਨਾ ਦੇ ਨਾਲ ਕਰਿਆ ਕਰਦੇ, ਇਹ ਦਾਤਾਂ ਉਹਨਾਂ ਨੂੰ ਪ੍ਰਾਪਤ ਹੋਇਆ ਕਰਦੀਆਂ ਹਨ ਜੀ। ਤੇ ਮੈਨੂੰ ਇਸ ਤੋਂ ਭਾਈ ਸਾਹਿਬ ਵੀ ਇੱਥੇ ਜਿਹੜਾ ਵਾ ਪੁੱਤਰ ਦੀ ਦਾਤ ਬਖਸ਼ੀ ਜਾਂਦੀ ਹੈ ਕਿ ਜਾਂ ਹੋਰ ਵੀ ਕਿੱਥੇ ਮਨੋਕਾਮਨਾ ਲੋਕਾਂ ਦੀ ਪੂਰੀਆਂ ਹੁੰਦੀਆਂ ਨੇ, ਤੇ ਹੋਰ ਕਿਹੜੇ ਕਿਹੜੇ ਇੱਥੇ ਰੋਗ ਠੀਕ ਹੁੰਦੇ ਨੇ? ਜਿਵੇਂ ਕੋਈ ਲੋਕੀ ਆ ਕੇ ਕਹਿ ਦਿੰਦਾ ਵੀ ਇੱਥੇ ਜਿਹੜੇ ਬੱਚੇ ਸੋਕਲੇ ਹੁੰਦੇ ਆ, ਉਹਨਾਂ ਦਾ ਵੀ ਇੱਥੇ ਜਿਹੜਾ ਵਾ ਅਰਦਾਸ ਕੀਤੀ ਜਾਂਦੀ ਹੈ। ਇੱਥੇ ਜੀ 5 ਬਖਸ਼ਿਸ਼ਾਂ ਗੁਰੂ ਸਾਹਿਬਾਨਾਂ ਵੱਲੋਂ ਬਾਬਾ ਸ਼ਾਲੋ ਜੀ ਨੂੰ ਹੋਈਆਂ ਸਨ। ਬਾਬਾ ਸ਼ਾਲੋ ਜੀ ਨੇ 3 ਪਾਤਸ਼ਾਹ ਗੁਰੂ ਸਾਹਿਬਾਨਾਂ ਦੀਆਂ ਸੇਵਾਵਾਂ ਕੀਤੀਆਂ। ਚੌਥੇ ਸ੍ਰੀ ਗੁਰੂ ਰਾਮਦਾਸ ਜੀ, 5ਵੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ। ਔਰ 5 ਜੋ ਬਖਸ਼ਾਂ ਹੋਈਆਂ ਸਨ, ਉਹ ਇਹ ਸਨ ਕਿ ਪਹਿਲਾ ਜਿਨ੍ਹਾਂ ਦਾ ਕੋਈ ਬੱਚਾ ਨਹੀਂ ਜਾਂ ਪੁੱਤਰ ਦੀ ਪ੍ਰਾਪਤੀ ਲਈ, ਦੂਸਰਾ ਜੋ ਖਾਂਦੇ ਪੀਂਦੇ ਬਹੁਤ ਸਰੀਰ ਹਰਿਆ ਭਰਿਆ ਨਹੀਂ ਹੁੰਦਾ, ਉਹ 5 ਐਤਵਾਰ ਇਸ਼ਨਾਨ ਕਰਨ ਦੇ ਨਾਲ ਤੰਦਰੁਸਤ ਹੁੰਦੇ, ਹਰੇ ਭਰੇ ਹੋ ਜਾਂਦੇ ਹਨ। ਔਰ ਜਿਨ੍ਹਾਂ ਦਾ ਬੁਖਾਰ ਨਹੀਂ ਉਤਰਦਾ, 3 ਦਿਨ ਭਾਈ ਲਾਲੋ ਜੀ ਦੀ ਸਾਖੀ ਦਾ ਪਾਠ ਸਰਵਨ ਕਰਵਾਇਆ ਜਾਂਦਾ, ਉਹ ਵੀ ਤੰਦਰੁਸਤ ਹੋ ਜਾਂਦੇ। ਚੌਥਾ ਕਿ ਜੋ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਦੀ ਮਨੋਕਾਮਨਾਵਾਂ ਜਾਂ ਸਰੀਰਕ ਸੰਕਟ ਹੋਵੇ, ਉਹ ਵੀ ਇੱਥੋਂ ਟੋਬੇ ਤੋਂ ਜਲ ਲੈ ਕੇ ਇਸ਼ਨਾਨ ਕਰਨ ਦੇ ਨਾਲ ਤੰਦਰੁਸਤ ਹੁੰਦੇ ਹਨ। 5ਵੀਂ ਬਖਸ਼ਿਸ਼ ਜੋ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਆਉਂਦੇ ਹਨ, ਗੁਰੂ ਰਾਮਦਾਸ ਜੀ ਦੇ ਮੁਖੋਂ ਦੁਆਰਾ ਉਚਾਰਨ ਹੋਇਆ ਕਿ ਜੋ ਬਾਬਾ ਸ਼ਾਲੋ ਜੀ ਦੇ ਦਰ ਦੇ ਦਰਸ਼ਨ ਕਰੇਗਾ, ਉਹਨਾਂ ਦੀ ਯਾਤਰਾ ਸਫਲ ਹੀ ਹੋਵੇਗੀ। ਇਹ 5 ਬਖਸ਼ਿਸ਼ਾਂ ਗੁਰੂ ਸਾਹਿਬਾਨਾਂ ਦੀਆਂ ਬਾਬਾ ਜੀ ਨੂੰ ਹੋਈਆਂ ਸਨ। ਮੈਨੂੰ ਭਾਈ ਸਾਹਿਬ ਇਹ ਦੱਸੋ ਵੀ ਸੰਗਤਾਂ ਜਿਹੜੀਆਂ ਵਾ ਲੋਕਲ ਜਿਹੜੀ ਲਾਉਂਦੀਆਂ ਕਿ ਜਾਂ ਬਾਹਰ ਦੂਸਰੇ ਦੇਸ਼ਾਂ ਤੋਂ ਸੰਗਤ ਜਿਹੜੀ ਇੱਥੇ ਆ ਕੇ ਜਿਹੜੀ ਆ ਲਾਹਾ ਲੈਂਦੀਆਂ ਨੇ? ਲੋਕਲ ਵੀ ਸੰਗਤਾਂ ਜੁੜੀਆਂ ਹਨ, ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਜਿਹੜੀਆਂ ਕਿ ਹਾਜ਼ਰੀਆਂ ਭਰਦੀਆਂ, ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਹੋਏ ਸਨ, ਜੋ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ, ਅੰਮ੍ਰਿਤਸਰ ਦੀ ਯਾਤਰਾ ਕਰਨ ਆਵੇਗਾ, ਬਾਬਾ ਸ਼ਾਲੋ ਜੀ ਦੇ ਦਰ ਦੇ ਦਰਸ਼ਨ ਕਰਕੇ ਯਾਤਰਾ ਸਫਲ ਹੀ ਹੋਵੇਗੀ। ਔਰ ਸੰਗਤਾਂ ਜਦੋਂ ਇਤਿਹਾਸ ਵਿੱਚ ਇਹ ਬਚਨ ਸੁਣਦੀਆਂ, ਤਾਂ ਸੰਗਤਾਂ ਜਦੋਂ ਵੀ ਦਰਸ਼ਨ ਲਈ ਹਰਿਮੰਦਰ ਸਾਹਿਬ ਆਉਂਦੀਆਂ, ਇੱਥੇ ਵੀ ਹਾਜ਼ਰੀਆਂ ਭਰਦੀਆਂ ਔਰ ਆਪਣੇ ਜਨਮ ਸਫਲ ਕਰਦੀਆਂ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਜਿਹੜੇ ਕਿ ਭਾਈ ਸਤਨਾਮ ਸਿੰਘ ਜੀ, ਜਿਹੜੇ ਇੱਥੋਂ ਦੇ ਗ੍ਰੰਥੀ ਸਾਹਿਬ ਨੇ, ਟੋਭਾ ਭਾਈ ਸ਼ਾਲੋ ਜੀ ਦੇ, ਉਹਨਾਂ ਅੱਜ ਦੇ ਇਤਿਹਾਸ ਦੱਸਿਆ ਕਿ ਭਾਈ ਸ਼ਾਲੋ ਜੀ ਕਿਸ ਤਰ੍ਹਾਂ ਜਿਹੜੀ ਆ ਪਾਥੀਆਂ ਵੱਲ ਜਿਹੜੇ ਆ ਪੁੱਤਰ ਦੀ ਜਿਹੜੀ ਦਾਤ ਦਿੱਤੀ ਜਾਂਦੀ ਆ, ਅਤੇ ਹਰ ਕਿਸੇ ਦੀਆਂ ਜਿਹੜੀਆਂ ਝੋਲੀਆਂ ਭਰੀ ਜਾਂਦੀਆਂ ਵਾ। ਸਾਡੀ ਵੀ ਫਰਿਆਦ ਹੈ ਵੀ ਜੇਕਰ ਕਿਸੇ ਨੇ ਪੁੱਤਰ ਦੀ ਦਾਤ ਲੈਣੀ ਹੋਵੇ ਤਾਂ ਇੱਕ ਵਾਰੀ ਜ਼ਰੂਰ ਆ ਕੇ ਜਿਹੜਾ ਵਾ ਅੰਮ੍ਰਿਤਸਰ ਦੇ ਟੋਭਾ ਭਾਈ ਸ਼ਾਲੋ ਜਾ ਕੇ ਦਰਸ਼ਨ ਕਰਨ ਅਤੇ ਇੱਥੇ ਦਾਸ ਬੇਨਤੀ ਕਰਨ, ਤਾਂ ਜੋ ਕਿ ਸਭ ਦੀ ਜਿਹੜੀਆਂ ਝੋਲੀਆਂ ਭਰੀ ਜਾਵੇ। ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਆਪਣਾ ਤੁਹਾਡਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।